चंडीगढ़ के सेक्टर 7 ढाबा में पत्रकारों से राखी हुंदल रूबरू हुई। उन्होंने बताया कि बब्बू मान तो बब्बू मान, उनका भुलेखा भी उनके फैंस के लिए कितना मूल्यवान है। जानी मानी गायिका और अदाकारा राखी हुंदल के हॉल में ही रिलीज हुए वीडियो ट्रैक को विश्व भर से खूब सराहना मिल रही है। कुछ ही दिनों में मिलियन से ज्यादा लोग अपना प्यार इस गीत पर न्योछावर कर चुके हैं। भुलेखा मानदा ट्रैक को राखी हुंदल ने अपनी सुरीली आवाज दी है। गीत के शब्दों को पिरोया है वीरपाल कौर हिंद ने। संगीत कुलजीत सिंह का है, वीडियो डायरेक्शन बाबी बाजवा का है और स्पीड रिकॉर्ड और पवन चोटिया के बैनर तले राखी हुंदल और जसकरण पर फिल्माया गया ये गीत चंडीगढ़ के आसपास खूबसूरत लोकेशंस में फिल्माया गया है। आपको बता दें, कुछ महीने पहले राखी हुंदल ने सुरिंदर छिंदा के साथ 11 द ट्रैक बलिया में अदाकारी के जलवे बिखेरे थे और अब गायकी में नए आयाम स्थापित कर रही हैं। चंडीगढ़ से अजीत झा की रिपोर्ट। ਨਾਲ ਮੌਜੂਦ ਨੇ ਰਾਖੀ ਹੁੰਦਲ ਜਿਹੜੇ ਪੰਜਾਬੀ ਸਿੰਗਰ ਨੇ। ਕਾਫੀ ਇਹਨਾਂ ਦਾ ਜਿਹੜਾ ਭੁਲੇਖਾ ਮਾਨ ਦਾ ਜਿਹੜਾ ਹੈ ਗਾਣਾ ਕਾਫੀ ਵਾਇਰਲ ਹੋ ਰਿਹਾ। ਮੈਡਮ ਸਭ ਤੋਂ ਪਹਿਲਾਂ ਤਾਂ ਸਾਡਾ ਚੈਨਲ ਵਿੱਚ बहुत बहुत शुक्रिया जी आप सबका। सत श्री अकाल। ਨਾਲ ਤੁਹਾਡਾ ਗਾਣਾ ਜਿਹੜਾ ਭੁਲੇਖਾ ਮਾਨ ਦਾ ਕਾਫੀ ਵਾਇਰਲ ਵੀ ਹੋ ਰਿਹਾ ਤੇ ਮਿਲੀਅਨ ਤੇ ਵਿਊਜ਼ ਗਏ ਨੇ ਤੇ ਕੀ ਕਹਿਣਾ ਚਾਹੁੰਦੇ? बहुत बहुत शुक्रिया जी। एक बड़ा साफ सुथरा गीत है और बब्बू मान की परसनैलिटी ਨੂੰ डिस्क्राइब करता हुआ गीत है। ਵੀਰਪਾਲ ਥਿੰਨ ਨੇ ਲਿਖਿਆ ਔਰ ਮਿਊਜ਼ਿਕ ਕੁਲਜੀਤ ਸਿੰਘ ਨੇ ਕੀਤਾ ਔਰ ਗੀਤ ਨੂੰ ਵੀਡੀਓ ਸ਼ੂਟ ਕੀਤਾ ਜੀ ਬੌਬੀ ਬਾਜਵਾ ਹੋਰਾਂ ਨੇ ਔਰ ਸਪੀਡ ਰਿਕਾਰਡ ਦੇ ਵਿੱਚ ਗੀਤ ਰਿਲੀਜ਼ ਹੋਇਆ। ਸੋ ਬਹੁਤ ਸਾਰੇ ਫੈਨਸ ਦਾ ਥੈਂਕ ਯੂ ਕਰਨਾ ਚਾਹਾਂਗੀ ਕਿਉਂਕਿ ਗੀਤ ਨੂੰ ਬਹੁਤ ਪਿਆਰ ਮਿਲ ਰਿਹਾ, ਬਹੁਤ ਜ਼ਿਆਦਾ। ਬੱਬੂ ਮਾਨ ਦੀ ਗੱਲ ਕਰੀਏ, ਤੁਸੀਂ ਗਾਣਾ ਭੁਲੇਖਾ ਮਾਨ ਦਾ ਤੇ ਬੱਬੂ ਮਾਨ ਨੂੰ ਹੀ ਚੂਜ਼ ਕਿਉਂ ਕੀਤਾ ਕਿਉਂਕਿ ਹੋਰ ਵੀ ਪੰਜਾਬੀ ਇੰਡਸਟਰੀ ਵਿੱਚ ਸਿੰਗਰ ਨੇ? ਜੀ ਜੀ, ਕਿਉਂਕਿ ਦੇਖੋ ਹਰ ਇੱਕ ਰਾਈਟਰ ਦੀ ਆਪਣੀ ਇੱਕ ਦਿਮਾਗੀ ਉਪਜ ਹੁੰਦੀ ਹੈ ਔਰ ਅਲੱਗ-ਅਲੱਗ ਪਰਸਨੈਲਿਟੀ ਹੈ ਤੇ ਬਹੁਤ ਸਾਰੇ ਆਰਟਿਸਟ ਪਹਿਲਾਂ ਵੀ ਗੀਤਾਂ ਦੇ ਵਿੱਚ ਆ ਚੁੱਕੇ ਨੇ ਜਿਨ੍ਹਾਂ ਦਾ ਨਾਮ ਲਿਆ ਜਾਂਦਾ। ਯਮਲਾ ਜੀ ਨੇ, ਦੀਦਾਰ ਸੰਧੂ ਸੀਗੇ, ਸਦੀਕ ਸਾਹਿਬ ਨੇ ਜਾਂ ਹੋਰ ਮਾਨਕ ਸਾਹਿਬ ਨੇ ਔਰ ਕਿਉਂਕਿ ਉਹ ਇੱਕ ਮੈਨੂੰ ਲੱਗਦਾ ਹੈ ਕਿ ਜਿਹੜੀ ਰਾਈਟਰ ਦੀ ਕਲਮ ਹੁੰਦੀ ਹੈ ਨਾ ਉਹ ਹਰ ਇੱਕ ਪਰਸਨੈਲਿਟੀ ਤੋਂ ਇੱਕ ਪ੍ਰਭਾਵਿਤ ਹੁੰਦੀ ਹੈ। ਸੋ ਵੀਰਪਾਲ ਨੂੰ ਉਹਨਾਂ ਦੀ ਪਰਸਨੈਲਿਟੀ ਵਧੀਆ ਲੱਗੀ, ਉਹਨਾਂ ਦੇ ਕਲਮ ਉਹਨਾਂ ਦੀ ਚੱਲੀ ਔਰ ਫਾਈਨਲੀ ਗੀਤ ਮੇਰੇ ਤੱਕ ਆਇਆ। ਜਦੋਂ ਮੇਰੇ ਤੱਕ ਆਇਆ ਤੇ ਮੈਂ ਆਪਣੀ ਦੱਸ ਦਿੰਦੀ ਵੀ ਮੈਨੂੰ ਲੱਗਦਾ ਕਿ ਉਹ ਉਹਨਾਂ ਦੀ ਪਰਸਨੈਲਿਟੀ ਨਾਲ ਬਿਲਕੁਲ ਮੇਲ ਖਾਂਦਾ ਗੀਤ ਹੈ ਕਿਉਂਕਿ ਇੱਕ ਸੱਚ ਨੂੰ, ਸੱਚੀ ਗੱਲ ਨੂੰ ਅੱਗੇ ਲੈ ਕੇ ਆਉਣ ਵਾਲਾ, ਗਾਇਕੀ ਦੇ ਨਾਲ ਨਾਲ ਸਮਾਜਿਕ ਮੁੱਦਿਆਂ ਨੂੰ ਅੱਗੇ ਲੈ ਕੇ ਆਉਣਾ ਔਰ ਉਹਦੇ ਲਈ ਬੋਲਣਾ ਔਰ ਉਸ ਤੇ ਸਟੈਂਡ ਰਹਿਣਾ, ਇਹ ਬਹੁਤ ਵੱਡੀ ਗੱਲ ਹੈ। ਹਰ ਕੋਈ ਇਨਸਾਨ ਨਹੀਂ ਕਰਦਾ। ਸੋ ਹੋਰ ਵੀ ਆਰਟਿਸਟ ਨੇ, ਐਸੀ ਗੱਲ ਨਹੀਂ, ਇੰਡਸਟਰੀ 'ਚ ਬੋਲਦੇ ਨੇ ਔਰ ਪਰ ਆਪਣਾ ਆਪਣਾ ਲਿਖਣ ਦਾ ਜਾਂ ਗਾਉਣ ਦਾ ਤਰੀਕਾ ਹੈ ਤੇ ਸਾਨੂੰ ਵਧੀਆ ਲੱਗਾ। ਸੋ ਅਸੀਂ ਉਹਨਾਂ ਨੂੰ ਆਪਣੇ ਗੀਤ 'ਚ ਇਹ ਸੋਚਿਆ ਕਿ ਸਾਡਾ ਵੀ ਮਾਣ ਵਧੇਗਾ ਅਗਰ ਅਸੀਂ ਅੱਛੇ ਆਰਟਿਸਟ ਨੂੰ ਡਿਸਕ੍ਰਾਈਬ ਕਰਾਂਗੇ। ਕਰੀਏ ਮੈਮ ਕਿਸਾਨੀ ਅੰਦੋਲਨ ਦੀ, ਤੇ ਕਿਸਾਨ ਕਾਫੀ ਦਿਨ ਤੱਕ ਹੈ ਜਿਹੜੇ ਬਾਰਡਰਾਂ ਤੇ ਰਹੇ ਤੇ ਤੁਹਾਡਾ ਵੀ ਇੱਕ ਵੀਡੀਓ ਵਾਇਰਲ ਹੋਇਆ ਸੀ ਜਿਸ 'ਚ ਤੁਸੀਂ ਇਹ ਐਲਾਨ ਕਿ ਅਸੀਂ ਕੋਈ ਐਜ ਜਦ ਤੱਕ ਚੱਲੂਗਾ ਕੋਈ ਗੀਤ ਨਹੀਂ ਗਾਉਂਗੇ, ਤਾਂ ਉਸ ਨੂੰ ਲੈ ਕੇ ਕੀ ਕਹਿਣਾ? ਹਾਂਜੀ ਬਿਲਕੁਲ, ਮੈਂ ਇਹ ਚੀਜ਼ ਕਹੀ ਸੀ ਕਿ ਕਿਉਂਕਿ ਮੈਨੂੰ ਲੱਗਦਾ ਸੀ ਮਨ ਨੂੰ ਹੀ ਸਾਡਾ ਜੀ ਨਹੀਂ ਕਰਦਾ ਸੀ ਕਿਉਂਕਿ ਸਾਡੇ ਸਾਰੇ ਕਿਸਾਨ ਵੀਰ ਹਰਿਆਣਾ, ਪੰਜਾਬ ਸਭ ਜਗ੍ਹਾ ਤੋਂ ਉੱਥੇ ਬੈਠੇ ਹੋਏ ਸੀ ਧਰਨਿਆਂ ਤੇ ਔਰ ਉਸ ਟਾਈਮ ਅਸੀਂ ਖੁਸ਼ੀ ਦੇ ਗੀਤ ਕਿੱਦਾਂ ਗਾ ਸਕਦੇ ਹਾਂ, ਸਾਡੇ ਕੋਲ ਤਾਂ ਨਹੀਂ ਗਾਏ ਗਏ। ਸੋ ਮੈਂ ਤਾਂ ਜਿੰਨੀ ਵੀ ਹਾਜ਼ਰੀ ਹੋਈ ਹੈ ਧਰਨਿਆਂ ਤੇ ਲਾਈ ਹੈ ਔਰ ਜਾਂਦੇ ਰਹੇ ਹਾਂ, ਬੋਲਦੇ ਵੀ ਰਹੇ ਹਾਂ, ਗਾਉਂਦੇ ਵੀ ਰਹੇ ਹਾਂ। ਸੋ ਮੈਂ ਹੀ ਸੋਚਿਆ ਸੀ ਕਿ ਜਦੋਂ ਤੱਕ ਨਹੀਂ ਹੋਏਗਾ ਕੈਂਸਲ ਅੰਦੋਲਨ, ਰੱਦ ਨਹੀਂ ਹੋਣਗੇ ਕਾਨੂੰਨ, ਮੈਂ ਕਮਰਸ਼ੀਅਲ ਨਹੀਂ ਗਾਵਾਂਗੀ ਔਰ ਵਾਹਿਗੁਰੂ ਨੇ ਮੇਰੀ ਲਾਜ ਰੱਖੀ ਕਿ ਜਦੋਂ ਅੰਦੋਲਨ ਕੈਂਸਲ ਹੋਇਆ, ਕਾਨੂੰਨ ਰੱਦ ਹੋਏ ਨੇ, ਉਸ ਤੋਂ ਬਾਅਦ ਅੰਦੋਲਨ ਕੈਂਸਲ ਹੋਇਆ, ਜਦੋਂ ਮਿਲ ਗਈ ਪੂਰੇ ਕਿ ਹਾਂਜੀ ਠੀਕ ਹੈ ਕਨਫਰਮ ਹੋ ਗਿਆ, ਉਸ ਤੋਂ ਬਾਅਦ ਹੀ ਮੈਂ ਭੁਲੇਖਾ ਮਾਨ ਦਾ ਰਿਲੀਜ਼ ਕੀਤਾ 6 ਤਰੀਕ ਨੂੰ। ਸੋ ਇਹੀ ਮੇਰੀ ਕੋਸ਼ਿਸ਼ ਹੈ, ਮੇਰੀ ਆਪਣੇ ਵੱਲੋਂ ਇਹੀ ਡੈਡੀਕੇਸ਼ਨ ਹੈ ਕਿ ਮੈਂ ਉਦੋਂ ਤੱਕ ਖੁਸ਼ੀ ਦੇ ਨੱਚਣ ਟੱਪਣ ਵਾਲੇ ਗੀਤ ਨਹੀਂ ਗਾ ਸਕਦੀ ਸੀ। ਸੋ ਇਸ ਲਈ ਮੈਂ ਆਪਣੇ ਵੱਲੋਂ ਇਹ ਕੋਸ਼ਿਸ਼ ਕੀਤੀ ਹੈ ਔਰ ਉਹ ਰੱਬ ਨੇ ਮੇਰੀ ਲਾਜ ਵੀ ਰੱਖੀ ਹੈ। ਗੱਲ ਕਰੀਏ ਤਾਂ ਕਿੱਥੇ ਤੇ ਕਿਸ ਨੂੰ ਇਹਦਾ ਕ੍ਰੈਡਿਟ ਦਿੰਦੇ? ਐਕਚੁਅਲੀ ਸਾਰੀ ਟੀਮ ਹੀ ਇਹਦੀ ਵਧਾਈ ਦੀ ਪਾਤਰ ਹੈ। ਗਾਣਾ ਸ਼ੂਟ ਸਾਡਾ ਲੈਂਡਰਾਂ ਦੇ ਨੇੜੇ, ਮੋਹਾਲੀ ਦੇ ਨੇੜੇ ਉੱਧਰ ਹੀ ਸ਼ੂਟ ਹੋਇਆ ਲੋਕੇਸ਼ਨਸ ਤੇ ਔਰ ਉਹਨਾਂ ਨੇ ਵੀ ਜਿਹੜੇ ਪਿੰਡ ਸੀ ਬਹੁਤ ਸਪੋਰਟ ਕੀਤੀ ਉਹਨਾਂ ਨੇ ਔਰ ਸਾਡੀ ਟੀਮ ਜਿਹੜੀ ਹੈ ਵੀਰਪਾਲ ਸੀਗੀ ਔਰ ਸਾਡੀ ਬੌਬੀ ਬਾਜਵਾ ਸੀਗੇ, ਕੁਲਜੀਤ ਸਿੰਘ, ਸਾਡੀ ਟੀਮ ਸੀ ਜਿਹੜੀ ਸਪੀਡ ਰਿਕਾਰਡ ਦੀ, ਸਭ ਨੇ ਬਹੁਤ ਸਪੋਰਟ ਕੀਤੀ ਔਰ ਸਪੀਡ ਨੇ ਵੀ ਬਹੁਤ ਵਧੀਆ ਤਰੀਕੇ ਦੇ ਨਾਲ ਗੀਤ ਨੂੰ ਲਾਂਚ ਕੀਤਾ, ਇਹਨੂੰ ਵਰਲਡ ਵਾਈਡ ਖੋਲ੍ਹਿਆ ਔਰ ਲੋਕਾਂ ਤੱਕ ਪਹੁੰਚਾਇਆ। ਸੋ ਸਭ ਤੋਂ ਵੱਡੀ ਗੱਲ ਹੈ ਕਿ ਗੀਤ ਹਰ ਜਗ੍ਹਾ ਤੇ ਪਹੁੰਚਣਾ ਚਾਹੀਦਾ ਸੀ ਔਰ ਪਹੁੰਚ ਗਿਆ ਕਿਉਂਕਿ ਕਿਸਾਨੀ ਅੰਦੋਲਨ ਤੋਂ ਬਾਅਦ ਜਦੋਂ ਤੋਂ ਚੱਲ ਰਿਹਾ ਸੀ ਇੱਕ ਮਾਹੌਲ ਜਾਂ ਉਦਾਸ ਮਾਹੌਲ ਸੀ। ਸੋ ਮੈਨੂੰ ਲੱਗਦਾ ਕਿ ਜਦੋਂ ਉਸੇ ਸਮੇਂ ਤੇ ਗੀਤ ਆਉਣਾ ਔਰ ਗੀਤ ਅਸੀਂ ਰਿਲੀਜ਼ ਕਰਨ ਦੀ ਪਹਿਲਾਂ ਉਹ ਕੋਸ਼ਿਸ਼ ਕਰ ਰਹੇ ਸੀ ਬਟ ਮੈਨੂੰ ਇਹਦਾ ਲੱਗਦਾ ਸੀ ਕਿ ਅਗਰ ਜਦ ਤੱਕ ਅੰਦੋਲਨ ਖਤਮ ਨਹੀਂ ਹੁੰਦਾ ਕੋਈ ਖੁਸ਼ੀ ਵਾਲਾ ਮਾਹੌਲ ਨਹੀਂ ਬਣਦਾ ਉਦੋਂ ਤੱਕ ਸਾਡੀ ਖੁਸ਼ੀ ਅਧੂਰੀ ਸੀ। ਮੇਬੀ ਅਗਰ ਇਹ ਗਾਣਾ ਪਹਿਲਾਂ ਰਿਲੀਜ਼ ਹੋ ਜਾਂਦਾ ਸ਼ਾਇਦ ਅੱਜ ਤੁਸੀਂ ਆਪਾਂ ਗੱਲ ਨਾ ਕਰ ਰਹੇ ਹੁੰਦੇ, ਸ਼ਾਇਦ ਇਹ ਅੱਜ ਇਕੱਠ ਨਹੀਂ ਹੋਣਾ ਸੀਗਾ। ਸੋ ਡਬਲ ਖੁਸ਼ੀ ਹੈ ਮੈਨੂੰ ਇਸ ਗੱਲ ਦੀ ਕਿ ਕਾਨੂੰਨ ਜਿਹੜੇ ਰੱਦ ਹੋ ਗਏ ਨੇ, ਸਾਡੇ ਵਾਪਸ ਆ ਗਏ ਨੇ ਵੀਰ ਔਰ ਜਿੱਦਾਂ ਕਿ ਮੈਂ ਜੁਗਨੀ ਜਿਹੜੀ ਮੇਰੀ ਸੀਗੀ, ਜੁਗਨੀ ਦੇ ਵਿੱਚ ਮੈਂ ਇਹ ਚੀਜ਼ ਕਹੀ ਸੀ ਕਿ ਕਹੇ ਬਾਜਵਾ ਜੁਗਨੀ ਗਾਵਾਂਗੇ ਤੇ ਜਿੱਤ ਕੇ ਘਰ ਨੂੰ ਆਵਾਂਗੇ ਨਾ, ਤੇ
ਉਹ ਹੁਣ ਚੀਜ਼ ਸੱਚ ਹੋ ਗਈ ਹੈ, ਉਹ ਚੀਜ਼ ਸੱਚ ਹੋ ਗਈ ਹੈ ਤਾਂ ਹੁਣ ਖੁਸ਼ੀ ਡਬਲ ਹੈ, ਹੁਣ ਭੰਗੜੇ ਪਾਉਣ ਦਾ ਟਾਈਮ ਹੈ। ਮੈਮ ਗਾਣੇ ਦੀ ਗੱਲ ਕਰੀਏ ਤਾਂ ਥੋੜੇ ਜਿਹਾ ਦਰਸ਼ਕਾਂ ਨੂੰ ਗਾਣੇ ਦੇ ਦੋ ਬੋਲ ਸੁਣਾਓ। ਜੀ ਉਹ ਜੁਗਨੀ ਕਰਦੀ ਐ ਤਕਰੀਰਾਂ ਆਖੇ ਕੀਤਾ ਗਲਤ, ਕਿਉਂਕਿ ਜੁਗਨੀ ਲਖਵਿੰਦਰ ਬਾਜਵਾ ਉਹਨਾਂ ਨੇ ਲਿਖੀ ਸੀ, ਕਿਸਾਨੀ ਅੰਦੋਲਨ ਦੇ ਦੌਰਾਨ ਮੈਂ ਗਾਈ ਸੀ ਔਰ ਜਸ ਰਿਕਾਰਡ ਦੇ ਵਿੱਚ ਰਿਲੀਜ਼ ਹੋਈ ਸੀ। ਔਰ ਮੈਨੂੰ ਲੱਗਦਾ ਹੈ ਇਹ ਜੁਗਨੀ ਦੇ ਜਿਹੜੇ ਅਖੀਰਲੇ ਬੋਲ ਨੇ ਉਹ ਸਾਰਥਕ ਵੀ ਹੁੰਦੇ ਨੇ। ਉਹ ਜੁਗਨੀ ਕਰਦੀ ਐ ਤਕਰੀਰਾਂ ਆਖੇ ਕੀਤਾ ਗਲਤ, ਆਖੇ ਕੀਤਾ ਗਲਤ ਵਜ਼ੀਰਾਂ ਖਾਤਰ ਬਣੇ ਕਾਨੂੰਨ, ਖਾਤਰ ਬਣੇ ਕਾਨੂੰਨ ਅਮੀਰਾਂ ਬਈ ਆਖੇ ਇਹ ਜਲਦੀ ਭੰਗ ਕਰੋ ਨਾ ਹੋਰ ਕਿਸਾਨੀ, ਹੋਰ ਕਿਸਾਨੀ ਤੰਗ ਕਰੋ ਨਾ ਹੋਰ ਕਿਸਾਨੀ, ਹੋਰ ਕਿਸਾਨੀ ਤੰਗ ਕਰੋ। ਆਓ ਸਾਰੇ ਲਾਈਏ ਨਾਰੇ ਸਾਡਾ ਹੱਕ ਮੋੜ, ਸਾਡਾ ਹੱਕ ਮੋੜ ਸਰਕਾਰੇ ਨਹੀਂ ਤੇ ਭੈਣ ਮਾਮਲੇ, ਨਹੀਂ ਤੇ ਭੈਣ ਮਾਮਲੇ ਭਾਰੇ ਉਹ ਕਹੇ ਬਾਜਵਾ ਜੁਗਨੀ ਗਾਵਾਂਗੇ ਤੇ ਜਿੱਤ ਕੇ ਘਰ ਨੂੰ, ਜਿੱਤ ਕੇ ਘਰ ਨੂੰ ਆਵਾਂਗੇ ਤੇ ਜਿੱਤ ਕੇ ਘਰ ਨੂੰ ਆਵਾਂਗੇ। ਔਰ ਫਾਈਨਲੀ ਜਿੱਤ ਕੇ ਆ ਗਏ ਨੇ। ਮੈਮ ਗੱਲ ਕਰੀਏ ਤੁਹਾਡੀ ਕਾਮਯਾਬੀ ਦੇ ਪਿੱਛੇ ਤੇ ਕਿਸ ਦਾ ਹੱਥ ਹੈ, ਕਿਉਂਕਿ ਅਸਲ ਵਿੱਚ ਕਾਮਯਾਬੀ ਦੇ ਪਿੱਛੇ ਪਰਿਵਾਰ ਦਾ ਹੱਥ ਹੁੰਦਾ ਹੈ, ਮਾਂ ਦਾ ਹੱਥ ਹੁੰਦਾ ਹੈ, ਜਾਂ ਤੁਸੀਂ ਲੇਡੀਜ਼ ਦਾ ਹਸਬੈਂਡ ਦਾ ਹੱਥ ਹੁੰਦਾ ਹੈ, ਤੇ ਤੁਹਾਡੇ ਪਿੱਛੇ ਕਾਮਯਾਬੀ ਦੇ ਪਿੱਛੇ ਕਿਸ ਦਾ ਹੱਥ? ਮੇਰੇ ਵੀ ਇਹੀ ਜਿਹੜੀ ਤੁਸੀਂ ਗੱਲ ਕਹੀ ਹੈ ਕਿ ਪਰਿਵਾਰ ਦਾ ਹੱਥ ਹੈ ਸਭ ਤੋਂ ਵੱਡਾ, ਕਿਉਂਕਿ ਇੰਡਸਟਰੀ 'ਚ ਮੇਰਾ ਕੋਈ ਗੋਡ ਫਾਦਰ ਨਹੀਂ ਸੀ, ਕੋਈ ਮੇਰਾ ਇੱਦਾਂ ਗੁਰੂ ਨਹੀਂ ਸੀਗਾ ਕਿ ਮੈਨੂੰ ਕੋਈ ਮੈਨੂੰ ਪੇਸ਼ ਕਰੇ ਜਾਂ ਮੈਨੂੰ ਪ੍ਰੈਜ਼ੈਂਟ ਕਰੇ ਜਾਂ ਮੈਨੂੰ ਕੋਈ ਮੈਂ ਕਿਸੇ ਨਾਲ ਬਾਉਂਡ ਹੋਈ ਹੋਵਾਂ ਜਾਂ ਮੈਨੂੰ ਕੋਈ ਅੱਗੇ ਲੈ ਕੇ ਆਵੇ ਕਿ ਮੈਂ ਡਿਪੈਂਡ ਰਹੀ ਹੋਵਾਂ। ਜਿੰਨੀ ਵੀ ਮਿਹਨਤ ਹੈ ਮਿਹਨਤ ਮੇਰੀ ਆਪਣੀ ਹੈ, ਪਰ ਸਪੋਰਟ ਜਿਹੜਾ ਹੱਥ ਹੈ ਉਹ ਮੇਰੀ ਫੈਮਿਲੀ ਦਾ ਹੈ, ਮੇਰੀ ਮਾਂ, ਮੇਰੇ ਬ੍ਰਦਰ ਔਰ ਮੇਰੇ ਹਸਬੈਂਡ, ਹੁਣ ਮੇਰੇ ਬੱਚੇ ਜਿਹੜੇ ਕਿ ਮੈਨੂੰ ਸਪੋਰਟ ਕਰਦੇ ਨੇ। ਉਸ ਤੋਂ ਇਲਾਵਾ ਆਈ ਐਮ ਲੱਕੀ ਕਿ ਮੈਨੂੰ ਇੰਡਸਟਰੀ ਦੇ ਵਿੱਚ ਬਹੁਤ ਹੀ ਵਧੀਆ ਕਲਾਕਾਰ ਮਿਲੇ, ਜਿਨ੍ਹਾਂ ਦੇ ਨਾਲ ਮੈਨੂੰ ਫਿਲਮਾਂ ਵਧੀਆ ਕਰਨ ਦਾ ਮੌਕਾ ਮਿਲਿਆ, ਮੈਨੂੰ ਡਾਇਰੈਕਟਰ ਅੱਛੇ ਮਿਲੇ, ਮੈਨੂੰ ਨਾਲ ਆਰਟਿਸਟ ਅੱਛੇ ਮਿਲੇ, ਔਰ ਗੀਤਾਂ ਦੇ ਵਿੱਚ ਮੈਨੂੰ ਵਧੀਆ 뮤직 ਡਾਇਰੈਕਟਰ, ਵਧੀਆ ਰਾਈਟਰ, ਵਧੀਆ ਕੰਪਨੀਆਂ ਮਿਲੀਆਂ ਮੈਨੂੰ ਜਿਨ੍ਹਾਂ ਨੇ ਮੇਰੇ ਗਾਣੇ ਰਿਲੀਜ਼ ਕੀਤੇ। ਸਭ ਵੱਡੀਆਂ ਅੱਛੇ ਬੈਨਰ ਤਲੇ ਮੇਰੇ ਗਾਣੇ ਆਏ, ਫਿਲਮਾਂ ਆਈਆਂ। ਸੋ ਇੱਕ ਆਰਟਿਸਟ ਨੂੰ ਹੋਰ ਕੀ ਚਾਹੀਦਾ? ਇੱਕ ਪਿਆਰ ਕਰਨ ਵਾਲੇ ਸਰੋਤੇ, ਫੋਕ ਤੁਸੀਂ ਗਾ ਰਹੇ ਹੋ, ਮੇਰੇ ਸਹੁਰੇ ਔਰ ਪੇਕੇ ਦੋਨੋਂ ਮੈਨੂੰ ਸਪੋਰਟ ਕਰਦੇ ਨੇ ਔਰ ਵਧੀਆ ਗੀਤ ਸੁਣਨ ਨੂੰ ਮਿਲਦੇ ਨੇ। ਹੁਣ ਤਾਂ ਸਰੋਤੇ ਹੋਰ ਵੀ ਮੇਰੇ ਨਾਲ ਜੁੜ ਗਏ ਨੇ ਔਰ ਸਪੈਸ਼ਲੀ ਮੈਂ ਥੈਂਕਸ ਕਰਨਾ ਚਾਹਾਂਗੀ ਸਾਰੇ ਫੈਨਸ ਦਾ ਵੀ ਕਿ ਇਹਨਾਂ ਸਾਰਿਆਂ ਨੇ ਮੇਰੀ ਸਪੋਰਟ ਕੀਤੀ ਹੈ ਭਰ ਕੇ। ਕਈ ਐਸੇ ਬਹੁਤ ਸਾਰੇ ਨਾਮ ਸੀ ਜਿਨ੍ਹਾਂ ਤੋਂ ਮੈਨੂੰ ਬੜਾ ਭਰੋਸਾ ਸੀ ਕਿ ਉਹ ਮੈਨੂੰ ਸਪੋਰਟ ਕਰਨਗੇ, ਮੇਰੇ ਗੀਤ ਨੂੰ ਸ਼ੇਅਰ ਕਰਨਗੇ, ਪਰ ਬਹੁਤ ਸਾਰੇ ਐਸੇ ਵੱਡੇ ਆਰਟਿਸਟ ਵੀ ਨੇ ਜਿਨ੍ਹਾਂ ਨਾਲ ਮੈਂ ਕੰਮ ਕੀਤਾ, ਜਿਨ੍ਹਾਂ ਨੇ ਨਹੀਂ ਉਹਦੇ ਵਿੱਚ ਜ਼ਿਆਦਾ ਕੋਈ ਦਿਖਾਈ, ਆਪਣੀ ਅਹਿਮੀਅਤ ਦਿਖਾਈ ਜਾਂ ਨਹੀਂ ਸ਼ੇਅਰ ਕੀਤਾ। ਪਰ ਮੈਨੂੰ ਖੁਸ਼ੀ ਹੈ ਕਿ ਸਰੋਤਿਆਂ ਤੱਕ ਜਿੱਥੇ ਤੱਕ ਗਾਣਾ ਚਾਹੀਦਾ ਸੀ ਪਹੁੰਚ ਗਿਆ। ਸੋ ਮੇਰੇ ਫੈਨਸ ਔਰ ਮਾਨ ਸਾਹਿਬ ਦੇ ਫੈਨਸ ਸਾਰਿਆਂ ਨੂੰ ਭਰ ਕੇ ਤਹਿ ਦਿਲੋਂ ਸ਼ੁਕਰੀਆ। ਮੈਂ ਇਹ ਜ਼ਰੂਰ ਕਵਾਂਗੀ ਕਿ ਮੈਨੂੰ ਸਵਾਲ ਉੱਠਦਾ ਵਾਰ-ਵਾਰ ਕਿ ਤੁਸੀਂ ਨਾਮ ਉਹਨਾਂ ਦਾ ਕਿਉਂ ਲਿਆ, ਹੋਰ ਵੀ ਬਹੁਤ ਸੀ। ਮੈਨੂੰ ਇਸ ਗੱਲ 'ਚ ਕੋਈ ਦੋ ਰਾਏ ਨਹੀਂ ਹੈ ਕਿ ਯੈਸ ਅਸੀਂ ਵੀ ਬੱਬੂ ਮਾਨ ਦੇ ਬਹੁਤ ਫੈਨ ਆ, ਸਾਨੂੰ ਵਧੀਆ ਲੱਗਦੇ ਉਹਨਾਂ ਦੇ ਗੀਤ, ਉਹਨਾਂ ਦੀਆਂ ਜਿਹੜੀਆਂ ਸਮਾਜਿਕ ਮੁੱਦਿਆਂ ਦੇ ਪ੍ਰਤੀ ਲਿਖਤ ਹੈ ਜੋ ਲਿਖਦੇ ਨੇ ਜਾਂ ਬੋਲਦੇ ਨੇ। ਹੋਰ ਵੀ ਬਹੁਤ ਸਾਰੇ ਆਰਟਿਸਟ ਨੇ ਜਿਹੜੇ ਬੋਲਦੇ ਨੇ, ਮੈਨੂੰ ਬਾਈ ਕੰਵਰ ਗਰੇਵਾਲ ਉਹਨਾਂ ਨੇ ਬਹੁਤ ਅੱਛਾ ਅੰਦੋਲਨ ਦੇ ਵਿੱਚ ਸਾਥ ਦਿੱਤਾ, ਉਹਨਾਂ ਨੇ ਬਹੁਤ ਗਾਇਆ, ਬਹੁਤ ਸਾਰੇ ਆਰਟਿਸਟ ਨੇ। ਸੋ ਗੁਰਦਾਸ ਮਾਨ ਸਾਹਿਬ ਤੋਂ ਬਾਅਦ ਬੱਬੂ ਮਾਨ ਸਾਹਿਬ ਐਸੇ ਆਰਟਿਸਟ ਨੇ ਜਿਨ੍ਹਾਂ ਨੇ ਕਲਮ ਆਪਣੀ ਜਿਹੜੀ ਚਲਾਈ ਹੈ ਤਾਂ ਉਹ ਸਿਰਫ ਕਮਰਸ਼ੀਅਲ ਗੀਤਾਂ ਲਈ ਨਹੀਂ, ਉਹਨਾਂ ਸਮਾਜਿਕ ਮੁੱਦਿਆਂ ਲਈ ਚਲਾਈ ਹੈ। ਮੈਨੂੰ ਬਹੁਤ ਪ੍ਰਾਊਡ ਹੈ ਔਰ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ। ਥੈਂਕ ਯੂ ਸਭ ਦਾ ਕਿ ਬੱਬੂ ਮਾਨ ਦੇ ਫੈਨਸ ਦਾ ਮੈਂ ਥੈਂਕਸ ਕਰਨਾ ਚਾਹਾਂਗੀ ਕਿ ਉਹਨਾਂ ਨੇ ਵੀ ਭਰ ਕੇ ਮੈਨੂੰ ਪਿਆਰ ਦਿੱਤਾ, ਸਾਡੇ ਗੀਤ ਨੂੰ ਕਬੂਲਿਆ, ਕੁੜੀਆਂ ਦੇ ਗੀਤ ਨੂੰ, ਔਰ ਅੱਗੇ ਤੋਂ ਵੀ ਇਸੇ ਤਰ੍ਹਾਂ ਵਧੀਆ ਗੀਤ ਲੈ ਕੇ ਆਉਂਦੇ ਰਵਾਂਗੇ, ਫੋਕ ਗੀਤਾਂ ਨੂੰ ਸਪੋਰਟ ਕਰਦੇ ਰਹੋ। ਗੋਡ ਬlesਸ ਯੂ ਔਰ ਸਾਰੇ ਫੈਨਸ ਔਰ ਸਾਡੇ ਸਾਰੀ ਕਿਸਾਨੀ ਜ਼ਿੰਦਾਬਾਦ। ਥੈਂਕ ਯੂ ਸੋ ਮਚ। ਮਾਨ ਜੀ ਦੀ ਕਰੀਏ ਤਾਂ ਤੁਸੀਂ ਬੱਬੂ ਮਾਨ ਜੀ ਦੇ ਰਿਐਲਿਟੀ ਵਿੱਚ ਕਦੀ ਮਿਲੇ ਹੈ? ਹਾਂਜੀ, ਮੈਂ ਇੱਕ ਵਾਰ ਮਿਲੀ ਸੀ, ਸਾਡਾ ਇੱਕ ਸ਼ੂਟ ਸੀ ਨਵੇਂ ਸਾਲ ਦਾ, ਉੱਥੇ ਮੈਂ ਉਹਨਾਂ ਨੂੰ ਮਿਲੀ ਸੀ ਔਰ ਅੱਗੇ ਤੋਂ ਵੀ ਮੇਰੀ ਇੱਛਾ ਹੈ ਕਿ ਜਲਦੀ ਮੈਂ ਉਹਨਾਂ ਨਾਲ ਮਿਲਾਂ, ਕਿਉਂਕਿ ਪਰਸਨੈਲਿਟੀਆਂ ਹੁੰਦੀਆਂ ਨੇ, ਹੋਰ ਵੀ ਬਹੁਤ ਸਾਰੇ ਆਰਟਿਸਟ ਨੇ ਜਿਨ੍ਹਾਂ ਨੂੰ ਮਿਲਣ ਦੀ ਮੈਨੂੰ ਖੁਆਇਸ਼ ਰਹਿੰਦੀ ਹੈ। ਸੋ ਬੱਬੂ ਮਾਨ ਸਾਹਿਬ ਉਹਨਾਂ ਦੇ ਵਿੱਚ ਇੱਕ ਨੇ ਔਰ ਅੱਛੇ ਆਰਟਿਸਟ ਨੂੰ ਮਿਲਣਾ ਔਰ ਉਹਨਾਂ ਲਈ ਬੋਲਣਾ ਔਰ ਉਹਨਾਂ ਲਈ ਗਾਉਣਾ ਔਰ ਉਹਨਾਂ ਦੀ ਪਰਸਨੈਲਿਟੀ ਨੂੰ ਡਿਸਕ੍ਰਾਈਬ ਕਰਨਾ, ਇਹ ਮੇਰੇ ਲਈ ਮਾਣ ਵਾਲੀ ਗੱਲ ਹੈ। ਸੋ ਬਾਕੀ ਜਿਵੇਂ ਉਹ ਜੇ ਕੋਈ ਕੁਐਸਚਨ ਉੱਠਦਾ ਹੈ ਤੇ ਉਹਨਾਂ ਦੀ ਆਪਣੀ ਸੋਚ ਹੋ ਸਕਦੀ ਹੈ। ਮੈਂ ਚਾਹੁੰਦੀ ਹਾਂ ਵੀ ਇਸ ਗੀਤ ਨੂੰ ਇੱਕ ਗੀਤ ਵਜੋਂ ਲਓ, ਤੁਸੀਂ ਇੱਕ ਗੀਤ ਹੈ ਉਹਦੇ ਵਿੱਚ ਡਿਸਕ੍ਰਾਈਬ ਕੀਤਾ, ਹੋ ਸਕਦਾ ਕੱਲ ਨੂੰ ਆਉਣ ਵਾਲੇ ਸਮੇਂ 'ਚ ਕੁਝ ਹੋਰ ਪਰਸਨੈਲਿਟੀ ਸਾਡੇ ਗੀਤ ਵਿੱਚ ਵੀ ਆ ਸਕਦੀ ਹੈ, ਅੱਛੀ ਪਰਸਨੈਲਿਟੀ ਜੀ। ਗਾਇਕੀ ਨੂੰ ਲੈ ਕੇ ਮੈਮ ਗੱਲ ਕਰੀਏ, ਤੁਸੀਂ ਤੋਂ ਸਿੱਖੀ, ਕਿਉਂਕਿ ਹੁੰਦਾ ਹੈ ਕਿ ਅਸੀਂ ਵੀ ਮੀਡੀਆ ਵਿੱਚ ਆਏ ਸੀ ਤੇ ਕਿਹਨੂੰ ਸੁਣਦੇ ਸੀ ਤੇ ਉਹਨੂੰ ਸੁਣਦੇ ਅਸੀਂ ਮੀਡੀਆ ਜੁਆਇਨ ਕਰ ਲਈ ਤੇ ਮੀਡੀਆ ਵਿੱਚ ਖਬਰਾਂ ਕਰਨ ਲੱਗੇ। ਕਿ ਮੈਮ ਕਿਸ ਨੂੰ ਲਾਈਕ ਕਰਦੇ ਆ, ਕਿਸੇ ਦੇ ਗਾਣੇ ਜ਼ਿਆਦਾ? ਮੈਨੂੰ ਸਾਰੇ ਵਧੀਆ ਸੁਰੀਲੇ ਆਰਟਿਸਟ ਵਧੀਆ ਲੱਗਦੇ ਨੇ, ਸ਼ੁਰੂ ਤੋਂ ਹੀ ਸੁਰਿੰਦਰ ਕੌਰ ਜੀ ਸੀਗੇ, ਨੁਸਰਤ ਸਾਹਿਬ ਸੀਗੇ ਔਰ ਸਰਦੂਲ ਸਿਕੰਦਰ ਜੀ ਸੀਗੇ, ਸਤਿੰਦਰ ਸਰਤਾਜ, ਬੱਬੂ ਮਾਨ ਜੀ, ਗੁਰਦਾਸ ਮਾਨ ਸਾਹਿਬ, ਮਾਨਕ ਸਾਹਿਬ। ਮੈਂ ਇਹਨਾਂ ਦੇ ਫੋਕ ਜਿਹੜੇ ਵਧੀਆ ਲਿਖਦੇ ਗਾਉਂਦੇ ਨੇ ਉਹਨਾਂ ਨੂੰ ਸਭ ਦੀ ਫੈਨ ਆ ਮੈਂ।
ਔਰ ਦੂਜੀ ਗੱਲ ਸਿੱਖਣ ਦੀ, ਤੇ ਮੈਂ ਸਿਰਸਾ ਹਰਿਆਣਾ ਤੋਂ ਬਿਲੋਂਗ ਕਰਦੀ ਹਾਂ। ਉੱਥੇ ਮੇਰੇ ਗੁਰੂ ਜੀ ਸ਼੍ਰੀ ਮਹਾਵੀਰ ਪ੍ਰਸਾਦ ਮੁਕੇਸ਼ ਜੀ, ਮੈਂ ਉਹਨਾਂ ਤੋਂ ਸਿੱਖਿਆ ਹੈ ਸੰਗੀਤ ਵੀ ਔਰ ਕੱਥਕ ਡਾਂਸ ਵੀ ਮੈਂ ਉਹਨਾਂ ਕੋਲ ਸਿੱਖਿਆ ਔਰ ਐਮਏ ਕੀਤੀ ਹੈ ਮੈਂ ਉਹਨਾਂ ਦੇ ਆਸ਼ੀਰਵਾਦ ਦੇ ਨੀਚੇ ਰਹਿ ਕੇ, ਔਰ ਜੋ ਵੀ ਪ੍ਰਾਪਤ ਕੀਤਾ ਮੈਂ ਗਾਇਕੀ ਦੇ ਗੁਰ ਨੇ। ਔਰ ਮੇਰੇ ਸਰਦਾਰ ਕਰਨੈਲ ਸਿੰਘ ਗਿੱਲ ਜੀ ਪੰਜਾਬੀ ਨਾਮਵਰ ਆਰਟਿਸਟ ਸੀ ਜਿਹੜੇ, ਉਹਨਾਂ ਨੂੰ ਵੀ ਮੈਂ ਆਪਣਾ ਗੁਰੂ ਮੰਨਦੀ ਹਾਂ ਕਿਉਂਕਿ ਉਹਨਾਂ ਨੇ ਮੈਨੂੰ ਸਟੇਜ ਸਿਖਾਈ ਹੈ। ਔਰ ਮੇਰੇ ਜਿਹੜੇ ਗੁਰੂ ਨੇ ਮੁਕੇਸ਼ ਜੀ, ਮਹਾਵੀਰ ਪ੍ਰਸਾਦ ਮੁਕੇਸ਼ ਜੀ, ਉਹਨਾਂ ਨੇ ਮੈਨੂੰ ਗਾਇਕੀ ਦੇ ਜਿਹੜੇ ਕਿ ਉਹ ਵੀ ਚੀਜ਼ਾਂ ਮੈਨੂੰ ਦੱਸੀਆਂ ਨੇ, ਉਹਨਾਂ ਕੋਲ ਮੈਂ ਸੰਗੀਤ ਦੀ ਸਿੱਖਿਆ ਲਈ ਹੈ। ਸੋ ਇਸ ਲਈ ਬਾਕੀ ਪਰਿਵਾਰ ਦੇ ਵਿੱਚ ਸਾਰੇ ਸਪੋਰਟ ਹੁੰਦੀ ਹੈ, ਸਾਰੇ ਗੁਰੂ ਹੁੰਦੇ ਨੇ। ਔਰ ਮੈਂ ਹਮੇਸ਼ਾ ਇਹ ਕਰਦੀ ਹਾਂ ਕਿ ਅੱਜ ਕੱਲ੍ਹ ਵੀ ਜਿਹੜੇ ਕੋਈ ਨਵਾਂ ਗਾਉਂਦਾ ਹੈ ਜਾਂ ਕੋਈ ਵੀ ਗੀਤ ਆਉਂਦਾ, ਮੈਂ ਹਰ ਇੱਕ ਨੂੰ ਸੁਣਦੀ ਹਾਂ, ਦੇਖਦੀ ਹਾਂ ਔਰ ਸਿੱਖਦੀ ਹਾਂ। ਮੈਂ ਅੱਜ ਤੱਕ ਵੀ ਸਿੱਖਦੀ ਹਾਂ ਕਿ ਆਹ ਚੀਜ਼ ਸਾਨੂੰ ਆਪਣੀ, ਕਹਿੰਦੇ ਨੇ ਕਿ ਬੁਰੀਆਂ ਜਿਹੜੇ ਕੋਈ ਜਿੱਥੋਂ ਬੁਰਾਈ ਮਿਲਦੀ ਉਹਨੂੰ ਛੱਡ ਦਿਓ ਤੇ ਚੰਗੀ ਚੀਜ਼ ਜਿਹੜੀ ਉਹ ਹਾਸਲ ਕਰ ਲੈਣੀ ਚਾਹੀਦੀ ਹੈ। ਸੋ ਮੈਂ ਚੰਗੀ ਵਾਈਬ੍ਰੇਸ਼ਨ ਲੈ ਲੈਣੀ ਆ ਤੇ ਬੁਰੀਆਂ ਨੂੰ ਛੱਡ ਦੇਣੀ ਆ। ਗੱਲ ਕਰੀਏ ਗਾਣੇ ਦੀ, ਤਾਂ ਤੁਸੀਂ ਗਾਣੇ ਦੀ ਗੱਲ ਕੀਤੀ ਤੇ ਗਾਣੇ ਵਿੱਚ ਹਥਿਆਰਾਂ ਦਾ ਬੜਾ ਇਸਤੇਮਾਲ ਕੀਤਾ ਜਾ ਰਿਹਾ ਤੇ ਯੂਥ ਇਸ ਨੂੰ ਬੜਾ ਕੈਚਅਪ ਕਰ ਲੈਂਦਾ, ਕਿਉਂਕਿ ਯੂਨੀਵਰਸਿਟੀ ਦੀ ਗੱਲ ਕਰੀਏ ਗੋਲੀ ਚੱਲਣ ਦੀ ਆਮ ਗੱਲ ਹੋ ਜਾਂਦੀ ਹੈ ਤੇ ਯੂਥ ਉਸ ਚੀਜ਼ ਨੂੰ ਫੋਲੋ ਬੜਾ ਕਰਦਾ ਹੈ। ਜਿੱਦਾਂ ਉਹ ਗਾਣੇ ਵਿੱਚ ਪਿਸਟਲ ਰੱਖਦੇ ਆ ਤੇ ਉਹ ਵੀ ਨਾਰਮਲ ਤਰੀਕੇ ਨਾਲ ਪਿਸਟਲ ਰੱਖਦੇ ਆ ਤੇ ਇਸ ਤਰੀਕੇ ਦੀ ਵਾਰਦਾਤ ਹੋ ਜਾਂਦੀ ਹੈ। ਤੇ ਇਸ ਨੂੰ ਕੀ ਕਹਿਣਾ ਚਾਹੋਗੇ, ਪਬਲਿਕ ਨੂੰ ਕੀ ਮੈਸੇਜ ਦੇਣਾ ਚਾਹੋਗੇ? ਦੇਖੋ, ਮੈਂ ਤਾਂ ਇਹ ਕਹਿਣਾ ਚਾਹੁੰਦੀ ਹਾਂ, ਸਭ ਆਪਣੀ ਆਪਣੀ ਜਗ੍ਹਾ ਸਿਆਣੇ ਨੇ, ਹਰ ਇੱਕ ਨੇ ਆਪਣੇ ਗੀਤ ਗਾਉਣੇ ਆ, ਪ੍ਰਮੋਸ਼ਨ ਕਰਨੀ ਆ, ਪਰ ਮੈਨੂੰ ਲੱਗਦਾ ਵੀ ਉਹ ਇਦਾਂ ਦੇ ਵੀ ਨਾ ਹੋਣ ਕਿ ਤੁਹਾਡੇ ਤੇ ਕੋਈ ਕੁਐਸਚਨ ਕਰੇ। ਗੀਤ ਅਗਰ ਗਾਉਣਾ ਤਾਂ ਉਹ ਪ੍ਰਾਊਡਲੀ, ਅੱਜ ਅਸੀਂ ਖੜੇ ਆ, ਪ੍ਰਾਊਡਲੀ ਖੜੇ ਆ, ਸਾਨੂੰ ਕੋਈ ਡਰ ਨਹੀਂ ਹੈ ਕਿ ਤੁਸੀਂ ਸਾਨੂੰ ਇਦਾਂ ਦਾ ਸਵਾਲ ਕਰੋਗੇ, ਤੁਸੀਂ ਸਾਦੇ ਸਵਾਲ ਕਰੋਗੇ, ਗੀਤ ਬਾਰੇ ਕਰੋਗੇ। ਸੋ ਮੈਨੂੰ ਲੱਗਦਾ ਹੈ ਕਿ ਜਿਸ ਕੰਮ ਨੂੰ ਕਰਕੇ ਗਾ ਕੇ ਕੋਈ ਵੀ ਚੀਜ਼ ਹੈ, ਪ੍ਰੋਫੈਸ਼ਨ ਹਰ ਇੱਕ ਬੰਦੇ ਦਾ, ਉਹਦੇ 'ਚ ਕੰਮ ਕਰਕੇ ਤੁਹਾਨੂੰ ਜੇ ਪ੍ਰਾਊਡ ਫੀਲ ਹੁੰਦਾ ਵੀ ਹਾਂ, ਅਗਰ ਹਥਿਆਰਾਂ ਗੋਲੀਆਂ ਦਿਖਾ ਕੇ ਤੇ ਫਿਰ ਪ੍ਰਾਊਡ ਫੀਲ ਹੁੰਦਾ, ਤੇ ਮੈਨੂੰ ਲੱਗਦਾ ਇਦਾਂ ਦੇ ਪ੍ਰਾਊਡ ਦੀ ਮੈਨੂੰ ਲੋੜ ਨਹੀਂ ਹੈ, ਨਾ ਹੀ ਸਾਨੂੰ ਲੋੜ ਹੈ, ਨਾ ਹੀ ਸਾਡੇ ਪੰਜਾਬੀਆਂ ਨੂੰ ਲੋੜ ਹੈ। ਕਿਉਂਕਿ ਆਲਰੇਡੀ ਇੰਨੇ ਸਾਰੇ ਮੁੱਦੇ ਨੇ ਪੰਜਾਬ ਦੇ ਵਿੱਚ, ਇੰਨੀਆਂ ਸਾਰੀਆਂ ਚੀਜ਼ਾਂ ਨੇ, ਲੋਕ ਸਫਰ ਕਰ ਰਹੇ ਨੇ, ਬੇਰੋਜ਼ਗਾਰੀ ਹੈ, ਟੀਚਰ ਧਰਨਿਆਂ ਤੇ ਨੇ, ਕਿਸਾਨ ਧਰਨਿਆਂ ਤੇ ਨੇ, ਡਾਕਟਰ ਧਰਨਿਆਂ ਤੇ ਨੇ, ਸਾਡਾ ਨੌਜਵਾਨ ਜਿਹੜਾ ਯੂਥ ਹੈ ਉਹ ਸੜਕਾਂ ਤੇ ਬੈਠਾ, ਨੌਕਰੀ ਨਹੀਂ ਹੈ, ਬਾਹਰ ਜਾ ਰਿਹਾ, ਤੇ ਉਹਦੇ ਵਿਚਕਾਰ ਸਾਡੇ ਸਿੰਗਰਸ ਜਿਹੜੇ ਨੇ ਉਹ ਹਥਿਆਰਾਂ ਨੂੰ ਚੁੱਕ ਕੇ ਟੌਰ ਦਿਖਾਉਂਦੇ ਨੇ। ਸੋ ਮੈਨੂੰ ਲੱਗਦਾ ਕਿ ਝੂਠ ਨੂੰ ਪ੍ਰਮੋਟ ਕਰਨ ਤੋਂ ਅੰਗਰੇਜ਼ ਕਰਨਾ ਚਾਹੀਦਾ। ਝੂਠ ਨੂੰ ਪ੍ਰਮੋਟ ਕਰਨ ਨਾਲੋਂ ਸੱਚ ਪ੍ਰਮੋਟ ਕਰ ਲਓ। ਮੁੰਡਿਆਂ ਨੂੰ, ਗੱਭਰੂਆਂ ਨੂੰ, ਪੰਜਾਬ ਦੇ ਵਿੱਚ ਬਹੁਤ ਸੋਹਣੇ ਕਿੱਸੇ ਨੇ, ਉਹਨਾਂ ਨੂੰ ਪਰਸਨੈਲਿਟੀ ਨੂੰ ਡਿਸਕ੍ਰਾਈਬ ਕਰ ਲਓ, ਉਹਨਾਂ ਨੂੰ ਵੀ ਦਿਖਾਇਆ ਜਾ ਸਕਦਾ ਹੈ ਨਾ। ਕਿਸੇ ਤਰੀਕੇ ਦੇ ਨਾਲ ਗਾਣਾ, ਅਸੀਂ ਵੀ ਗਾਣਾ ਵੇਚਣਾ, ਅਸੀਂ ਪ੍ਰਮੋਸ਼ਨ ਕਰਨੀ ਹੈ, ਪਰ ਅਗਰ ਆਪਣੇ ਗੀਤਾਂ ਦੇ ਵਿੱਚ ਤੁਸੀਂ ਵਲਗੈਰਿਟੀ ਨੂੰ ਲਿਆਂਦਾ, ਵੈਲਪੁਣੇ ਨੂੰ ਲਿਆਂਦਾ ਜਾਂ ਹਥਿਆਰ ਨੂੰ ਲੈ ਕੇ ਆਂਦੇ ਪ੍ਰਮੋਟ ਕਰਨਾ, ਤੇ ਮੈਨੂੰ ਲੱਗਦਾ ਉਹ ਫੇਕ ਪ੍ਰਮੋਟ ਹੈ ਔਰ ਫੇਕ ਗਾਣੇ ਨੇ। ਔਰ ਸਾਨੂੰ ਸਾਰਿਆਂ ਨੂੰ ਹੀ ਇਸ ਚੀਜ਼ ਨੂੰ ਅਵੋਇਡ ਕਰਨਾ ਚਾਹੀਦਾ। ਮੈਂ ਤੁਹਾਡੀ ਮੀਡੀਆ ਦੇ ਥਰੂ ਇਹ ਕਹਿਣਾ ਚਾਹਾਂਗੀ, ਮੀਡੀਆ ਨੂੰ ਵੀ, ਕਿ ਪਲੀਜ਼ ਤੁਸੀਂ ਵੀ ਇਹੋ ਜਿਹੇ ਗੀਤ ਗਾਉਣ ਵਾਲਿਆਂ ਨੂੰ ਜਦੋਂ ਕੋਈ ਕੰਟਰੋਵਰਸੀ ਹੁੰਦੀ ਹੈ ਤੇ ਉਹਨਾਂ ਦੀ ਵੀਡੀਓ ਨੂੰ ਇਗਨੋਰ ਕਰਿਆ ਕਰੋ, ਉਹਨਾਂ ਨੂੰ ਨਾ ਪਬਲਿਸ਼ ਕਰਿਆ ਕਰੋ। ਕਿਉਂਕਿ ਇਹ ਲੋਕ ਕੀ ਕਰਦੇ ਨੇ, ਕੰਟਰੋਵਰਸੀ ਹੁੰਦੀ ਹੈ ਹਥਿਆਰਾਂ ਨੂੰ ਲੈ ਕੇ, ਫਿਰ ਇਹ ਲੋਕ ਫੇਮ 'ਚ ਆ ਜਾਂਦੇ ਨੇ, ਰਾਤੋਂ ਰਾਤ ਸਟਾਰ ਬਣਦੇ ਨੇ। ਔਰ ਮੇਰਾ ਜਿਹੜਾ ਅਗਲਾ ਆਉਣ ਵਾਲਾ ਗੀਤ ਹੋਏਗਾ ਉਹ ਇਸੇ ਵਿਸ਼ੇ ਤੇ ਹੈ। ਇਹਦੇ ਵਿੱਚ ਤੁਹਾਨੂੰ ਅਲੱਗ ਚੀਜ਼ਾਂ ਸੁਣਨ ਨੂੰ ਮਿਲਣਗੀਆਂ ਔਰ ਤੁਸੀਂ ਸੁਣਨੀਆਂ ਜ਼ਰੂਰ ਨੇ। ਬਹੁਤ ਸਾਰੀਆਂ ਚੀਜ਼ਾਂ ਲੋਕਾਂ ਨੂੰ ਚੁਭਣਗੀਆਂ ਵੀ ਜਿਹੜੇ ਗਾਉਂਦੇ ਨੇ, ਤੇ ਮੈਨੂੰ ਲੱਗਦਾ ਕਿ ਰਿਐਲਿਟੀ ਨੂੰ ਪ੍ਰਮੋਟ ਕਰੋ। ਆ ਸਾਡਾ ਯੂਥ ਜਿਹੜਾ ਨਾ ਹਲੇ ਸਫਰ ਕਰ ਰਿਹਾ, ਹਲੇ ਯੂਥ ਇੰਨਾ ਉਹ ਨਹੀਂ ਹੈਗਾ ਕਿ ਹਥਿਆਰ ਚਲਾ ਕੇ ਉਹ ਬੰਦੇ ਮਾਰਦਾ ਫਿਰਦਾ ਹੋਏ। ਸੋ ਇਹ ਚੀਜ਼ ਨੂੰ ਬੰਦ ਕਰ ਦੇਣਾ ਚਾਹੀਦਾ। ਲਾਸਟ ਵਿੱਚ ਸਵਾਲ, ਕਿਸਾਨ ਆਪਣੀ ਜਿੱਤ ਕਰ ਜਿਹੜੇ ਘਰ ਆਪਣੇ ਪਹੁੰਚ ਚੁੱਕੇ ਨੇ ਤੇ ਇੱਕ ਜੀਤ ਦਾ ਜਸ਼ਨ ਜਿੱਥੋਂ ਮਨਾਇਆ ਜਾ ਰਿਹਾ, ਤੇ ਜਿਹੜੇ ਕਿਸਾਨਾਂ ਦੀ ਉੱਥੇ ਮ੍ਰਿਤੂ ਹੋਈ ਹੈ ਨੇ, ਉਹਨਾਂ ਦੀ ਸ਼ਹਾਦਤ ਵੀ ਮਨਾਈ ਜਾ ਰਹੀ ਹੈ, ਉਸ ਨੂੰ ਲੈ ਕੇ ਕੀ ਕਹਿਣਾ? ਬਿਲਕੁਲ, ਪਹਿਲੀ ਗੱਲ ਤਾਂ ਜਿੱਤ ਕੇ ਆਏ ਨੇ, ਬਹੁਤ ਖੁਸ਼ੀ ਦੀ ਗੱਲ ਹੈ ਕਿ ਫਾਈਨਲੀ 1 ਸਾਲ ਦਾ ਲੰਮਾ ਸਮਾਂ ਸੀ, ਪਰ ਜਿੱਤ ਦੇ ਵਿਚਕਾਰ ਬਹੁਤ ਸਾਰੇ ਸ਼ਹੀਦੀਆਂ ਵੀ ਹੋਈਆਂ ਨੇ, ਬਹੁਤ ਵੱਡੀ ਕੀਮਤ ਚੁਕਾਈ ਹੈ ਸਾਡੇ ਇਹਨਾਂ ਵੀਰਾਂ ਨੇ, ਉਹ ਸਾਡੇ ਪਰਿਵਾਰਾਂ ਨੇ, ਕਿਉਂਕਿ ਜਿਨ੍ਹਾਂ ਦੇ ਪਰਿਵਾਰਾਂ ਦੇ ਜੀਵ ਮੁੜੇ ਹੀ ਨਹੀਂ ਵਾਪਸ। ਉਸ ਦਿਨ ਵੀ ਤੁਸੀਂ ਦੇਖਿਆ ਕਿ ਜਦੋਂ ਵਾਪਸ ਘਰਾਂ ਨੂੰ ਜਾ ਰਹੇ ਸੀ, ਉਸ ਦਿਨ ਵੀ ਸਾਡੇ 2 ਜਿਹੜੇ ਕਿਸਾਨ ਸੀ ਹਰਿਆਣੇ ਦੇ ਵਿੱਚ ਸ਼ਹੀਦ ਹੋਏ ਨੇ ਐਕਸੀਡੈਂਟ ਦੇ ਵਿੱਚ। ਔਰ ਇਹ ਭਰਪਾਈ ਤਾਂ ਨਹੀਂ ਹੋ ਪਾਏਗੀ, ਇਹ ਅੰਦੋਲਨ ਰਹਿੰਦੀ ਦੁਨੀਆ ਤੱਕ ਯਾਦ ਰਹੇਗਾ, ਇੱਕ ਹਿਸਟਰੀ ਬਣ ਗਈ ਹੈ। ਪਰ ਇਹਦੇ ਲਈ ਜਿਹੜਾ ਸਟਰਗਲ ਸਾਡੇ ਬਜ਼ੁਰਗਾਂ ਨੇ ਕੀਤਾ, ਔਰ ਬਜ਼ੁਰਗਾਂ ਤੋਂ ਸ਼ੁਰੂ ਹੋਇਆ ਸੀ, ਫਿਰ ਇਹ ਨੌਜਵਾਨਾਂ ਤੱਕ ਪਹੁੰਚਿਆ। ਸਾਡੇ ਨੌਜਵਾਨਾਂ ਦੀ ਜਿਹੜੀ ਪਾਵਰ ਹੈ ਉਹ ਇਹ ਹੈ ਕਿ ਅਗਰ ਸਾਡਾ ਯੂਥ ਸਹੀ ਚੀਜ਼ ਨੂੰ ਪ੍ਰਮੋਟ ਕਰਦਾ, ਸਹੀ ਚੀਜ਼ ਨੂੰ ਸਪੋਰਟ ਕਰਦਾ, ਤਾਂ ਉਹ ਉਹਦੇ ਤੋਂ ਅਸੀਂ ਜਿੱਤ ਸਕਦੇ ਹਾਂ। ਕੋਈ ਵੀ ਗੱਲ, ਮੁੱਦਾ ਵੱਡਾ ਨਹੀਂ ਹੈ। ਅਗਰ ਅਸੀਂ ਆਪਣੇ ਯੂਥ ਨੂੰ ਪਾਸੇ ਲਾ ਦਿਆਂਗੇ, ਹਥਿਆਰਾਂ ਵਾਲੇ ਪਾਸੇ ਲਾ ਦਿਆਂਗੇ, ਨਸ਼ਿਆਂ ਵਾਲੇ ਪਾਸੇ ਲਾ ਦਿਆਂਗੇ, ਤੇ ਸਾਡਾ ਵਿਕਾਸ ਹੋ ਹੀ ਨਹੀਂ ਸਕਦਾ। ਸੋ ਚੀਜ਼ ਦੀ ਸੋਚਣ ਦੀ ਲੋੜ ਹੈ। ਔਰ ਬਾਕੀ ਜਿਹੜੇ ਸ਼ਹੀਦ ਹੋਏ ਨੇ ਉਹਨਾਂ ਨੂੰ ਵੀ ਅਸੀਂ ਕਹਿੰਦੇ ਹਾਂ ਕਿ ਪਰਿਵਾਰਾਂ ਨੂੰ ਕਿ ਪਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ। ਸੋ ਉਹ ਜਿਉਂਦੇ ਹੀ ਰਹਿਣਗੇ, ਕਿਉਂਕਿ ਜਦ ਤੱਕ ਇਹ ਅੰਦੋਲਨ ਜਿਉਂਦਾ, ਜਦ ਤੱਕ ਅਸੀਂ ਜਿਉਂਦੇ ਹਾਂ, ਸਾਰੇ ਅੰਦੋਲਨ ਦੀ ਗੱਲ ਆਏਗੀ ਤਾਂ ਉਹ ਸ਼ਹੀਦਾਂ ਦੇ ਨਾਮ ਜਿਹੜੇ ਨੇ ਉਹ ਜਿਉਂਦੇ ਰਹਿਣਗੇ, ਕਿਉਂਕਿ ਸ਼ਹੀਦ ਜਿਹੜੇ ਹੁੰਦੇ ਨੇ ਉਹ ਮਰਦੇ ਨਹੀਂ ਹੁੰਦੇ, ਉਹ ਹਮੇਸ਼ਾ ਅਮਰ ਰਹਿੰਦੇ ਨੇ। ਲਾਸਟ ਵਿੱਚ ਮੈਮ, ਤੁਹਾਡਾ ਕੋਈ ਫੇਵਰੇਟ ਗਾਣਾ ਜਿਹੜਾ ਤੁਸੀਂ ਗਾਇਆ, ਕਾਫੀ ਹਿੱਟ ਗਿਆ ਹੋਣਾ, ਤੇ ਪਬਲਿਕ ਨੂੰ ਕੀ ਮੈਸੇਜ ਦੇਣਾ ਚਾਹੋਗੇ?
ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹਾਂਗੀ ਕਿ ਤੁਸੀਂ ਬੱਬੂ ਭੁਲੇਖਾ ਮਾਨ ਨੂੰ ਪਿਆਰ ਕੀਤਾ, ਉਹਦੇ ਲਈ ਬਹੁਤ ਬਹੁਤ ਸ਼ੁਕਰੀਆ, ਫੈਨਸ ਦਾ ਵੀ, ਸਾਰਿਆਂ ਦਾ ਵੀ, ਔਰ ਮੀਡੀਆ ਦਾ, ਸਾਡੀ ਕੰਪਨੀ ਦਾ, ਸਾਰੇ ਟੀਮ ਦਾ, ਕਿਉਂਕਿ ਇਹ ਵਧੀਆ ਗੀਤ ਅੱਗੇ ਆਉਣੇ ਜ਼ਰੂਰੀ ਨੇ। ਅਗਰ ਉਹਨੂੰ ਕੰਪਨੀਆਂ ਪ੍ਰਮੋਟ ਕਰਦੀਆਂ ਨੇ, ਅੱਗੇ ਲੈ ਕੇ ਆਉਂਦੀਆਂ ਨੇ, ਤੇ ਤਾਂ ਹੀ ਆਰਟਿਸਟ ਵੀ ਉਹ ਗਾਉਣ ਦਾ ਹੌਸਲਾ ਕਰਨਗੇ ਫੋਕ, ਨਹੀਂ ਤੇ ਮੇਰੇ ਇਕੱਲੀ ਨੇ ਫੋਕ ਗਾਉਣਾ ਕੁਝ ਨਹੀਂ ਹੋਣਾ। ਸੋ ਜਾਂਦੇ ਜਾਂਦੇ ਆਇਆ ਹੋਇਆ ਗੀਤ ਘੁੰਗਰੂ ਦੇ ਵਿੱਚੋਂ ਮੈਂ ਚੰਦ ਲਾਈਨਾਂ ਤੁਹਾਡੇ ਸਾਹਮਣੇ ਪੇਸ਼ ਕਰਾਂਗੀ। ਪੱਟੀ ਪੜੀ ਵਾਲਾ ਉਹਨਾਂ ਦਾ ਲਿਖਿਆ ਹੋਇਆ ਗੀਤ ਸੀ। ਨਿੱਤ ਪਟਿਆਲਾ ਸ਼ਾਹੀ ਪੱਗ ਬੰਨ ਕੇ ਛੱਡ ਦੇ ਗਲੀ ਚੋਂ ਜਾਣ ਜਾਣ ਖੰਗਣਾ, ਨਿੱਤ ਪਟਿਆਲਾ ਸ਼ਾਹੀ ਪੱਗ ਬੰਨ ਕੇ ਛੱਡ ਦੇ ਗਲੀ ਚੋਂ ਜਾਣ ਜਾਣ ਖੰਗਣਾ, ਮੈਂ ਵੀ ਕੱਲ ਜੁੱਤੀ ਨੂੰ ਲਵਾ ਲੇ ਘੁੰਗਰੂ, ਛਣ ਛਣ ਕਰਦੀ ਗਲੀ ਚੋਂ ਲੰਘਣਾ, ਮੈਂ ਵੀ ਕੱਲ ਜੁੱਤੀ ਨੂੰ ਲਵਾ ਲੇ ਘੁੰਗਰੂ, ਛਣ ਛਣ ਕਰਦੀ ਗਲੀ ਚੋਂ ਲੰਘਣਾ। ਸੋਹਣੀ ਆਵਾਜ਼ ਹੈ ਮੈਮ ਰਾਖੀ ਹੁੰਦਲ। ਜਿਹੜਾ ਇਹਨਾਂ ਦਾ ਗਾਣਾ ਆ ਭੁਲੇਖਾ ਮਾਨ ਦਾ, ਤੇ ਕਾਫੀ ਹਿੱਟ ਵੀ ਜਾ ਰਿਹਾ, ਤੇ ਪਬਲਿਕ ਉਸ 'ਚੋਂ ਕਾਫੀ ਜਿਹੜੇ ਕਮੈਂਟਸ ਨੇ ਤੇ ਉਸ ਨੂੰ ਕਾਫੀ ਸ਼ੇਅਰ ਕਰ ਰਹੀ ਹੈ ਤੇ ਸੁਣ ਵੀ ਰਹੀ ਹੈ। ਤੇ ਇਹਨਾਂ ਦੇ ਹੋਰ ਵੀ ਕਈ ਗਾਣੇ ਆ, ਤੇ ਅਸੀਂ ਵੀ ਰਿਕੁਐਸਟ ਕਰਾਂਗੇ ਜਿਹੜੇ ਚੈਨਲ ਵੱਲੋਂ ਸਾਡੇ ਦਰਸ਼ਕ ਨੇ ਉਹਨੂੰ ਜ਼ਰੂਰ ਸੁਣਨ। ਚੰਡੀਗੜ੍ਹ ਤੋਂ ਕੈਮਰਾਮੈਨ ਰਵੀ ਯਾਦਵ ਦੇ ਨਾਲ ਅਜਿਤ ਕੁਮਾਰ ਝਾ ਦੀ ਰਿਪੋਰਟ।